ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਵੱਖ-ਵੱਖ ਥਾਵਾਂ ਦੇ ਉੱਪਰ ਸਿੱਖੀ ਦਾ ਪ੍ਰਚਾਰ, ਸੱਚ ਦਾ ਪ੍ਰਚਾਰ ਕਰ ਰਹੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਕੀਮਤੀ ਰਤਨ ਦਿੱਤਾ ਹੈ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਮਰਦਾਨਿਆਂ ਜਾ ਨਗਰ ਦੇ ਵਿੱਚ ਇਸ ਕੀਮਤੀ ਹੀਰੇ ਦੀ, ਕੀਮਤੀ ਰਤਨ ਦੀ ਕੀਮਤ ਕਿੰਨੀ ਹੋਏਗੀ ਇਹ ਪਵਾ ਕੇ ਆ। ਭਾਈ ਮਰਦਾਨਾ ਜੀ ਨੇ ਉਸ ਹੀਰੇ ਨੂੰ ਪਕੜਿਆ, ਨਾਲ ਲੈ ਕੇ ਇੱਕ ਨਗਰ ਦੇ ਵਿੱਚ ਜਾਂਦੇ ਹੈ। ਸਾਰਿਆਂ ਤੋਂ ਪਹਿਲਾਂ ਜਾ ਕੇ ਭਾਈ ਮਰਦਾਨਾ ਜੀ ਨੇ ਇੱਕ ਸਬਜ਼ੀ ਵਾਲੇ ਨੂੰ ਉਹ ਕੀਮਤੀ ਰਤਨ, ਕੀਮਤੀ ਪੱਥਰ ਵਿਖਾਇਆ। ਕਿਹਾ ਕਿ ਇਹਦੀ ਕਿੰਨੀ ਕੁ ਕੀਮਤ ਹੋਵੇਗੀ। ਉਸ ਸਬਜ਼ੀ ਵਾਲੇ ਨੇ ਕਿਹਾ ਕਿ ਚਮਕਦਾ ਹੋਇਆ ਪੱਥਰ ਹੈ, ਪਰ ਮੇਰੇ ਕਿਸ ਕੰਮ, ਚਲੋ ਘਰ ਵਿੱਚ ਬੱਚਿਆਂ ਦੇ ਖੇਡਣ ਦੇ ਕੰਮ ਆਵੇਗਾ। ਤੂੰ ਗੁਜ਼ਾਰੇ ਜੋਗੀ ਜਿਹੜੀ ਸਬਜ਼ੀ ਤੈਨੂੰ ਚਾਹੀਦੀ ਹੈ ਉਹ ਤੂੰ ਲਿਜਾ ਸਕਦਾ ਹੈ। ਦੂਸਰੀ ਵਾਰ ਭਾਈ ਮਰਦਾਨਾ ਜੀ ਇੱਕ ਮਠਿਆਈ ਵਾਲੀ ਦੁਕਾਨ 'ਤੇ ਗਏ। ਉੱਥੇ ਜਾ ਕੇ ਉਹ ਕੀਮਤੀ ਰਤਨ ਵਿਖਾਇਆ, ਉਹ ਪੱਥਰ, ਉਹ ਹੀਰਾ ਵਿਖਾਇਆ। ਤੇ ਉਸ ਵਕਤ ਉਹ ਜਿਹੜਾ ਮਠਿਆਈ ਵਾਲਾ ਹਲਵਾਈ ਹੈ ਉਹ ਕਹਿੰਦਾ ਕਿ ਕੋਈ ਚਮਕਦੀ ਹੋਈ ਚੀਜ਼ ਹੈ, ਪਰ ਮੇਰੇ ਕਿਸ ਕੰਮ, ਚੱਲ ਦੁਕਾਨ ਦੇ ਉੱਪਰ ਸ਼ਿੰਗਾਰ ਕੇ ਰੱਖਾਂਗਾ। ਕਹਿੰਦਾ ਜਿਹੜੀ ਤੈਨੂੰ ਗੁਜ਼ਾਰੇ ਵਾਸਤੇ ਮਠਿਆਈ ਚਾਹੀਦੀ ਹੈ, ਖਾਣ ਵਾਸਤੇ ਮਠਿਆਈ ਚਾਹੀਦੀ, ਉਹ ਤੂੰ ਲਿਜਾ ਸਕਦਾ ਹੈ। ਤੀਸਰੀ ਵਾਰ ਭਾਈ ਮਰਦਾਨਾ ਜੀ ਇੱਕ ਕੱਪੜੇ ਵਾਲੀ ਦੁਕਾਨ 'ਤੇ ਗਏ। ਉੱਥੇ ਜਾ ਕੇ ਫਿਰ ਭਾਈ ਮਰਦਾਨਾ ਜੀ ਨੇ ਉਸ ਕੀਮਤੀ ਰਤਨ ਨੂੰ ਵਿਖਾਇਆ ਤੇ ਉਸ ਕੱਪੜੇ ਵਾਲੇ ਨੇ ਕਿਹਾ ਕਿ ਮੇਰੇ ਕਿਸੇ ਕੰਮ ਦੀ ਤਾਂ ਹੈ ਨਹੀਂ, ਪਰ ਜੇ ਤੂੰ ਕਹਿੰਦਾ ਹੈ ਤੇ ਇਹ ਪੱਥਰ ਮੈਨੂੰ ਦੇ ਜਾ, ਬਦਲੇ ਵਿੱਚ ਇੱਕ ਕੱਪੜੇ ਦਾ ਜੋੜਾ ਜਿਹੜਾ ਤੈਨੂੰ ਚਾਹੀਦਾ ਪਹਿਨਣ ਵਾਸਤੇ ਉਹ ਤੂੰ ਲਿਜਾ ਸਕਦਾ ਹੈ। ਭਾਈ ਮਰਦਾਨਾ ਜੀ ਸਾਲ ਸਰਾਏ ਜੌਹਰੀ ਦੇ ਕੋਲ ਚਲੇ ਜਾਂਦੇ। ਉੱਥੇ ਜਾ ਕੇ ਉਹ ਕੀਮਤੀ ਰਤਨ ਵਿਖਾਉਂਦੇ। ਸਾਲ ਸਰਾਏ ਜੌਹਰੀ ਨੇ ਉਸ ਕੀਮਤੀ ਰਤਨ ਨੂੰ ਵੇਖਿਆ। ਇਹ ਉਹ ਵਪਾਰੀ ਹੈ ਜਿਹੜਾ ਹੀਰਿਆਂ ਦੀ ਪਰਖ ਕਰਿਆ ਕਰਦਾ ਸੀ। ਉਹਨੇ ਦੇਖਿਆ ਇਹ ਬੜਾ ਕੀਮਤੀ ਹੀਰਾ ਹੈ। ਉਹਨੇ ਸਾਹਮਣੇ ਰੱਖ ਕੇ ਆਪਣੇ ਕੋਲੋਂ 100 ਪੈਸਾ ਚਾਂਦੀ ਦਾ ਕੱਢ ਕੇ ਸਾਹਮਣੇ ਰੱਖ ਕੇ ਤੇ ਮੱਥਾ ਟੇਕ ਦਿੱਤਾ। ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਕੀ ਕੌਤਕ ਹੈ। ਤੇ ਸਾਲ ਸਰਾਏ ਜੌਹਰੀ ਆਖਦਾ, ਕਹਿੰਦਾ ਇਸ ਹੀਰੇ ਦੀ ਕੀਮਤ ਕਿੰਨੀ ਹੋਵੇ, ਇਹ ਕੀਮਤ ਕੋਈ ਨਹੀਂ ਪਾ ਸਕਦਾ। ਇਹ ਤੇ ਕੇਵਲ ਇਹਦੀ ਦਰਸ਼ਨੀ ਭੇਟਾ ਜਿਹੜੀ ਉਹ ਮੈਂ ਸਾਹਮਣੇ ਰੱਖਦਾ ਪਿਆ ਹਾਂ। ਇਹ ਸਾਰਾ ਕੌਤਕ ਵੇਖਣ ਤੋਂ ਬਾਅਦ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਉਂਦੇ। ਇੰਨਾ ਚਿਰ ਨੂੰ ਸਾਲ ਸਰਾਏ ਜੌਹਰੀ ਜਿਹੜਾ ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦਾ। ਉਹਦੇ ਨਾਲ ਉਹਦਾ ਇੱਕ ਸੇਵਕ ਵੀ ਹੈ। ਭਾਈ ਮਰਦਾਨਾ ਜੀ ਨੇ ਆਣ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਇਹ ਕੀ ਕੌਤਕ ਸੀ। ਇਸ ਹੀਰੇ ਦੀ, ਇਸ ਚਮਕਦੇ ਹੋਏ ਪੱਥਰ ਦੀ ਕੀਮਤ, ਕਿਸੇ ਨੇ 4 ਮੂਲੀਆਂ ਪਾਈਆਂ, ਕਿਸੇ ਨੇ ਖਾਣ ਵਾਸਤੇ ਮਠਿਆਈ ਇਹਦੀ ਕੀਮਤ ਪਾਈ, ਕਿਸੇ ਨੇ 4 ਗੱਜ ਕੱਪੜਾ ਜਿਹੜਾ ਉਹ ਇਹਦੀ ਕੀਮਤ ਪਾਈ। ਤੇ ਆ ਸਾਲ ਸਰਾਏ ਜੌਹਰੀ ਨੇ 100 ਚਾਂਦੀ ਦਾ ਪੈਸਾ ਅੱਗੇ ਰੱਖ ਕੇ ਮੱਥਾ ਟੇਕ ਕੇ ਕਿਹਾ ਇਹਦੀ ਕੀਮਤ ਹੀ ਕੋਈ ਨਹੀਂ। ਇਹਨਾਂ ਚਿਰ ਨੂੰ ਸਾਲ ਸਰਾਏ ਜੌਹਰੀ ਨੇ ਆਣ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਨੇ ਸਾਲ ਸਰਾਏ ਆ ਕੇਵਲ ਬਾਹਰ ਦੀਆਂ ਠੀਕਰੀਆਂ, ਬਾਹਰ ਦੇ ਹੀਰਿਆਂ ਦੀ ਕੀਮਤ ਅੱਜ ਤੱਕ ਦੱਸੀ ਹੈ, ਇਹਨਾਂ ਦੀ ਪਰਖ ਕੀਤੀ ਹੈ ਕਿ ਕਦੇ ਆਪਣੇ ਇਸ ਮਨੁੱਖਾ ਜੀਵਨ ਜਿਹੜਾ ਇੰਨਾ ਕੀਮਤੀ ਹੈ, ਜਿਹੜਾ ਅਮੋਲਕ ਹੈ, ਜਿਹਦੀ ਕੀਮਤ ਹੀ ਕੋਈ ਨਹੀਂ, ਕਦੇ ਇਹਦੀ ਵੀ ਪਰਖ ਕੀਤੀ ਹੈ। ਹੱਥ ਜੁੜ ਗਏ। ਕਹਿਣ ਲੱਗਿਆ ਮਹਾਰਾਜ ਅੱਜ ਤੱਕ ਬਾਹਰ ਦੇ ਹੀਰਿਆਂ ਦੀ ਪਰਖ ਕੀਤੀ, ਅੱਜ ਤੱਕ ਬਾਹਰ ਦੇ ਇਹਨਾਂ ਰਤਨਾਂ ਨੂੰ ਪਰਖਿਆ, ਇਹਨਾਂ ਦੀ ਕੀਮਤ ਲਾਉਂਦਾ ਰਿਹਾ, ਪਰ ਆਪਣੇ ਇਸ ਸਰੀਰ ਰੂਪੀ ਹੀਰੇ ਦੀ, ਆਪਣੇ ਮਨੁੱਖਾ ਜਨਮ ਰੂਪੀ ਹੀਰੇ ਦੀ ਕੀਮਤ ਮੈਂ ਕਦੇ ਵੀ ਨਹੀਂ ਜਾਣ ਸਕਿਆ। ਸਤਿਗੁਰੂ ਕਹਿਣ ਲੱਗੇ ਇਹ ਮਨੁੱਖਾ ਜਨਮ ਵੀ ਇੱਕ ਹੀਰਾ ਹੈ। ਇਹਦੀ ਕਈਆਂ ਨੇ ਕੀਮਤ ਪਾਈ, 4 ਮੂਲੀਆਂ ਪਾਵ ਖਾਣ ਪੀਣ ਦੇ ਵਿੱਚ ਹੀ ਇਸ ਮਨੁੱਖਾ ਜੀਵਨ ਨੂੰ ਬਰਬਾਦ ਕਰ ਦਿੱਤਾ।
ਕਈਆਂ ਨੇ ਕੇਵਲ ਤੇ ਕੇਵਲ ਖਾਣ ਤੇ ਹੰਡਾਉਣ ਦੇ ਵਿੱਚ ਇਸ ਮਨੁੱਖਾ ਜੀਵਨ ਨੂੰ ਬਰਬਾਦ ਕਰ ਦਿੱਤਾ। ਕੋਈ ਵਿਰਲਾ ਹੈ ਜਿਹੜਾ ਇਸ ਮਨੁੱਖਾ ਜੀਵਨ ਦੀ ਅਸਲ ਕੀਮਤ ਨੂੰ ਜਿਹੜਾ ਉਹ ਬੁੱਝ ਲੈਂਦਾ ਹੈ। ਸਤਿਗੁਰੂ ਦੀ ਪਾਵਨ ਬਾਣੀ ਨੇ ਕਿਹਾ, ਮਹਾਰਾਜ ਕਹਿੰਦੇ ਨੇ, ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮਹਾਰਾਜ ਕਹਿੰਦੇ ਨੇ ਇਹ ਮਨੁੱਖਾ ਜਨਮ ਹੈ ਤੇ ਹੀਰਿਆਂ ਵਰਗਾ, ਪਰ ਮਨੁੱਖ ਨੇ ਕੌਡੀਆਂ ਦੇ ਭਾਅ ਗਵਾ ਦਿੱਤਾ, ਕਿਉਂਕਿ ਅਸਲ ਇਹਦੀ ਕੀਮਤ ਨੂੰ ਬੁੱਝਿਆ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ। ਉਹ ਕਹਿੰਦੇ, ਜਿਵੇਂ ਕੋਈ ਜਾਨਵਰ ਦੇ ਗਲ ਵਿੱਚ, ਮੰਨ ਲਓ ਕਿਸੇ ਮਰਕਟ ਬਾਂਦਰ ਦੇ ਗਲ ਵਿੱਚ ਕੋਈ ਹੀਰਾ ਪਾ ਦੇਵੇ, ਪਰ ਉਸ ਜਾਨਵਰ ਨੂੰ ਇਹ ਨਹੀਂ ਪਤਾ ਕਿ ਇਹਦੀ ਕੀਮਤ ਕਿੰਨੀ ਹੈ, ਉਹ ਕੇਵਲ ਚਮਕਦਾ ਹੋਇਆ ਪੱਥਰ ਹੀ ਵੇਖੇਗਾ। ਕਹਿੰਦੇ ਜਿਵੇਂ ਕਰਕੇ ਆ ਜਿਹੜੀ ਕੜਛੀ ਹੈ ਉਹ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨਾਂ ਦੇ ਵਿੱਚ ਫਿਰਦੀ ਹੈ, ਪਰ ਉਹ ਭੋਜਨ ਦਾ ਸਵਾਦ ਕਿੰਨਾ ਕੜਛੀ ਨਹੀਂ ਜਾਣ ਸਕਦੀ। ਜਿਵੇਂ ਚਿੱਕੜ ਜਿਹੜਾ ਏ ਉਹਦੇ ਵਿੱਚ ਰਹਿੰਦਾ ਹੈ ਇੱਕ ਡੱਡੂ, ਪਰ ਉਸ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਵੀ ਰਹਿੰਦਾ ਏ। ਕਮਲ ਦੇ ਫੁੱਲ ਦੀ ਸੁਗੰਧੀ ਮਹਿਕ ਦੁਨੀਆ ਮਾਣਦੀ ਹੈ, ਉਹਦੀ ਸੁੰਦਰਤਾ ਨੂੰ ਲੋਕ ਤੱਕਦੇ ਹੈ, ਪਰ ਡੱਡੂ ਜਿਹੜਾ ਕੇਵਲ ਚਿੱਕੜ ਵਿੱਚ ਰਹਿੰਦਾ ਉਹ ਸੁੰਦਰਤਾ ਨੂੰ ਨਹੀਂ ਤੱਕ ਸਕਦਾ, ਉਹ ਮਹਿਕ ਨੂੰ ਨਹੀਂ ਤੱਕ ਸਕਦਾ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਰਤਨ ਮਣੀ ਗਲ ਬੰਦ ਰਹਿ ਕਹੋ ਕੀਮ ਨਾ ਜਾਣੇ, ਕੜਛੀ ਸਵਾਉ ਨਾ ਸੰਭਲੇ ਰਸ ਭੋਜਨ ਖਾਣੇ, ਚਿੱਕੜ ਡੱਡੂ ਵਾਸ ਲੈ ਕਵਲੇ ਨਾ ਸਜਾਣੇ। ਕਹਿੰਦੇ ਇੱਦਾਂ ਕਰਕੇ ਫਿਰ ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਕੇਵਲ ਤੇ ਕੇਵਲ ਗੁਰਮੁਖ ਹੀ ਇਹਦੀ ਪਰਖ ਕਰਦਾ ਏ। ਜਿਹੜਾ ਮਨਮੁਖ ਹੈ ਉਹ ਤੇ ਇਸ ਮਨੁੱਖਾ ਜੀਵਨ ਨੂੰ ਆਪਣੇ ਹੱਥੀਂ ਆਪੇ ਬਰਬਾਦ ਕਰ ਲੈਂਦਾ ਹੈ, ਉਹ ਇਹਦੀ ਪਹਿਚਾਣ ਨੂੰ ਨਹੀਂ ਜਾਣ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸਾਲ ਸਰਾਏ ਇਹ ਮਨੁੱਖਾ ਜਨਮ ਵੀ ਬੜਾ ਕੀਮਤੀ ਹੈ, ਤੇ ਇਹ ਮਨੁੱਖਾ ਜਨਮ ਜਿਹੜਾ ਹੈ ਨਾ, ਇਹਨੂੰ ਸਫਲ ਕਰਨਾ, ਇਹਨੂੰ ਪਹਿਚਾਨਣਾ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ। ਇਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਲ ਸਰਾਏ ਨੂੰ ਉਪਦੇਸ਼ ਦੇਣ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਜਾ ਕੇ ਹੋਰ ਕਿੰਨਿਆਂ ਨੂੰ ਤਾਰਦੇ ਹੈ। ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਦਰਸਾ ਰਹੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਅੱਗੇ ਨੂੰ ਤੁਰਦੇ ਨੇ। ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਰਾਹੀਂ ਦਰਸਾਉਣਗੇ। ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ, ਇਸ ਲਈ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਲਾ ਸ੍ਰੀ ਅੰਗਦ ਸੁਣੀਏ, ਗੁਰ ਸਤਾਰ ਇਤਿਹਾਸ ਸਰਬ ਗੁਣ ਗੁਨੀਏ। ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਹਨ, ਕਹਿੰਦੇ ਕਿ ਇਹ ਵਾਲਾ ਪਾਵਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਮੈਂ ਆਪ ਸਾਰੀਆਂ ਸੰਗਤਾਂ ਨੂੰ ਸੁਣਾ ਰਿਹਾ ਹਾਂ। ਸਤਿਗੁਰੂ ਦਾ ਅਗਲਾ ਇਤਿਹਾਸ ਜਿਹੜਾ ਹੈ, ਅਗਲਾ ਪ੍ਰਸੰਗ ਜਿਹੜਾ ਹੈ, ਉਸ ਨੂੰ ਸਰਵਣ ਕਰਨਾ ਕਰੋ। ਸਿੰਧ ਵਿਖੇ ਟਾਪੂ ਇੱਕ ਆਵਾ, ਦੇਸ਼ ਬੇਸੀ ਹਰ ਜਾਕੋ ਨਾਵਾ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਜਦੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਸਮੁੰਦਰ ਦੇ ਕੰਢੇ ਕੰਢੇ ਤੇ ਲੋਕਾਂ ਨੂੰ ਤਾਰਦੇ ਪਏ ਸਨ, ਸੰਗਲਾ ਦੀਪ ਜਾਣਾ, ਉਸ ਤੋਂ ਅੱਗੇ ਜਾਣਾ, ਇਵੇਂ ਕਰਕੇ ਸਾਰਾ ਸਮੁੰਦਰ ਦਾ ਇਲਾਕਾ ਸੀ। ਕਵੀ ਸੰਤੋਖ ਸਿੰਘ ਕਹਿੰਦੇ ਇੱਕ ਟਾਪੂ ਆਇਆ ਹੈ, ਉਸ ਟਾਪੂ ਦਾ ਨਾਮ ਹੈ ਬਿਸੀਅਰ। ਬਿਸੀਅਰ ਦੇਸ਼ ਉਹਨੂੰ ਕਿਹਾ ਜਾਂਦਾ। ਇਸ ਦੇਸ਼ ਦੇ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੀ ਵੱਖਰੀ ਵੱਖਰੀ ਰਾਏ ਹੈ। ਕਵੀ ਸੰਤੋਖ ਸਿੰਘ ਹੋਰਾਂ ਨੇ ਇਹ ਵਾਲਾ ਦੇਸ਼ ਜਿਹੜਾ, ਇਹ ਨਗਰ ਜਿਹੜਾ ਹੈ, ਉਹ ਅੱਜ ਦੇ ਸਮੇਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਵਿੱਚ ਦਰਸਾਇਆ, ਔਰ ਭਾਈ ਵੀਰ ਸਿੰਘ ਹੋਣਾ ਨੇ ਮਣੀਪੁਰ ਦੇ ਇਲਾਕੇ ਵਿੱਚ ਦਰਸਾਇਆ ਹੈ, ਔਰ ਕਵੀ ਸੰਤੋਖ ਸਿੰਘ ਹੋਣਾ ਨੇ ਸਮੁੰਦਰ ਦਾ ਇੱਕ ਟਾਪੂ ਦਰਸਾਇਆ ਹੈ। ਕਿਤੇ ਵੀ ਹੋਵੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਿਸੀਅਰ ਦੇਸ਼ ਦੇ ਵਿੱਚ ਉਸ ਨਗਰ ਦੇ ਵਿੱਚ ਜਾਂਦੇ ਹਨ। ਇੱਕ ਸੁੰਦਰ ਤੈ ਨਗਰ ਬਿਰਾਜਾ, ਬਹੁ ਬਿਨ ਬਿਸਰੇ ਉਪਰਜਨਾ ਸਾਜਾ। ਕਹਿੰਦੇ ਕਿ ਇੱਕ ਸੁੰਦਰ ਸ਼ਹਿਰ ਜਿਹੜਾ ਵਸਿਆ ਹੋਇਆ ਸੀ, ਚੌਹੀਂ ਪਾਸੇ ਉਹ ਸੁੰਦਰ ਸ਼ਹਿਰ ਸ਼ੋਭਦਾ ਸੀ। ਆਲੇ ਦੁਆਲੇ ਬੜੇ ਵਧੀਆ ਰੁੱਖ ਬਾਗ ਜਿਹੜੇ ਸਨ ਉਹ ਲੱਗੇ ਹੋਏ ਸਨ। ਨਿਉ ਸੁਹਿਰਦੇ ਦੁਰਗਾ ਉਤੰਗਾ, ਘਨ ਰੁਗਨ ਤੇ ਮੰਗੋ ਮਾਨੋ ਮੰਗਾ। ਕਹਿੰਦੇ ਹਨ ਕਿ ਆਲੇ ਦੁਆਲੇ ਇੱਕ ਸੁੰਦਰ ਕਿਲਾ ਬਣਿਆ ਹੋਇਆ ਸੀ, ਬੜਾ ਸੋਹਣਾ ਲੱਗਦਾ ਸੀ। ਇਉਂ ਲੱਗਦਾ ਸੀ ਜਿਵੇਂ ਬੱਦਲਾਂ ਨੂੰ ਰੋਕਣ ਵਾਸਤੇ ਬਣਾਇਆ ਹੋਵੇ। ਭਾਵ ਉਹਦੀ ਸੁੰਦਰਤਾ ਬੜੀ ਵਧੀਆ ਸੀ।
ਉਸ ਕਿਲਾ ਜਿਹੜਾ ਬਣਿਆ ਹੋਇਆ ਹੈ ਉਸ ਨਗਰ ਦੇ ਆਲੇ ਦੁਆਲੇ ਰੱਖਿਆ ਨੂੰ ਲੈ ਕੇ ਬਣਾਇਆ ਗਿਆ ਹੈ। ਸੁਦਰਸੈਨ ਤੇ ਹੁਤੇਕ ਨਿਰਪਾਲਾ ਕਰਤ ਰਾਜ ਦੇਸ਼ ਵਿਸਾਲਾ। ਕਹਿੰਦੇ ਇਸ ਨਗਰ ਦਾ ਰਾਜਾ ਸੁਦਰਸੈਨ ਹੈ, ਭਾਵ ਇਸ ਦੇਸ਼ ਦੇ ਵਿੱਚ ਸੁਦਰਸੈਨ ਰਾਜਾ ਰਾਜ ਕਰਦਾ ਸੀ ਔਰ ਬੜੇ ਚਿਰਾਂ ਤੋਂ ਇਸ ਦੇਸ਼ ਦੇ ਵਿੱਚ ਉਹ ਰਾਜ ਕਰਦਾ ਆ ਰਿਹਾ ਸੀ। ਵਰਗੇ ਵੈਰ ਥਾਨ ਰਮਣੀਕਾ ਵੈਸੇ ਤੈ ਬੇਦੀ ਕੁਲ ਦੀਪਾ। ਕਹਿੰਦੇ ਕਿ ਸ਼ਹਿਰ ਤੋਂ ਬਾਹਰ ਇੱਕ ਬੜਾ ਸੁੰਦਰ ਥਾਂ ਸੀ, ਰਮਣੀਕ ਜਗ੍ਹਾ ਸੀ। ਉਸ ਥਾਂ ਦੇ ਉੱਪਰ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਬਿਰਾਜਮਾਨ ਹੋ ਜਾਂਦੇ ਹਨ। ਸਾਤੀ ਪੁਨਸਾਰ ਤਮਰਦਾਨੇ ਬਚਨੇ ਉਚਾਰ। ਕਹਿੰਦੇ ਕਿ ਜਦੋਂ ਫਿਰ ਦਿਨ ਬਤੀਤ ਹੋ ਗਿਆ, ਰਾਤ ਪੈ ਗਈ, ਰਾਤ ਤੋਂ ਅਗਲਾ ਦਿਨ ਚੜ੍ਹ ਗਿਆ। ਕਹਿੰਦੇ ਕਿ ਭਾਈ ਮਰਦਾਨਾ ਜੀ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਹਨ, ਆਇਸ ਦੇ ਨਗਰ ਮੈਂ ਜਾਓ ਜਾਚ ਸੁਤੇ ਭੋਜਨ ਖਾਓ। ਮਰਦਾਨਾ ਜੀ ਕਹਿਣ ਲੱਗੇ ਹੱਥ ਜੋੜ ਕੇ, ਮਹਾਰਾਜ ਜੇਕਰ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਇਸ ਨਗਰ ਦੇ ਵਿੱਚ ਜਾ ਕੇ ਕੁਝ ਖਾਣ ਵਾਸਤੇ ਕੋਈ ਭੋਜਨ ਲੈ ਆਵਾਂ। ਸ੍ਰੀ ਮੁਖ ਮੁਝ ਸੋ ਕਰਹੀ ਕਿਆ ਮਰਦਾਨਾ ਭਾਖਿਆ ਰਹੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਕਹਿੰਦੇ ਬਾਲਿਆ ਇਹ ਮਰਦਾਨਾ ਕੀ ਕਹਿ ਰਿਹਾ ਹੈ, ਇਹ ਕਿਹੜਾ ਇਹ ਜਿਹੜੀ ਵਿਚਾਰ ਹੈ ਆਪਣੀ ਰੱਖਦਾ ਪਿਆ ਹੈ। ਮੈਂ ਬੋਲਿਓ ਜਨਮ ਸੁਭਾਉ ਮਿਟੇ ਨ ਕੀਜੇ ਕੋਟ ਉਪਾਉ। ਬਾਲਾ ਕਹਿਣ ਲੱਗਿਆ, ਮਹਾਰਾਜ ਇਹ ਮਰਦਾਨਾ ਜੀ ਦਾ ਸ਼ੁਰੂ ਤੋਂ ਲੈ ਕੇ ਸੁਭਾਅ ਹੈ, ਇਹ ਸੁਭਾਅ ਨੂੰ ਕੋਈ ਰੋਕ ਨਹੀਂ ਸਕਦਾ, ਭਾਵ ਇਹਨੇ ਭੋਜਨ ਛਕਣਾ ਹੀ ਹੁੰਦਾ, ਇਹਨੂੰ ਭੁੱਖ ਲੱਗਦੀ ਹੈ, ਇਸ ਵਾਸਤੇ ਇਹਨੇ ਜਾਣਾ ਹੁੰਦਾ ਹੈ। ਤੇਰੇ ਮੁਖ ਭਨੇ ਸੁਨੋ ਮਰਦਾਨਾ ਜੇ ਤੇ ਜਾਚੋ ਭੋਜਨ ਖਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਮਰਦਾਨਿਆ ਕਿਹਦੇ ਕੋਲੋਂ ਭੋਜਨ ਲੈ ਕੇ ਆਏਗਾ, ਕਿੱਥੇ ਜਾਏਗਾ, ਕਿਸ ਨਗਰ ਦੇ ਵਿੱਚ ਜਾ ਕੇ ਕਿਹਦੇ ਕੋਲੋਂ ਤੂੰ ਭੋਜਨ ਜਿਹੜਾ ਉਹ ਲੈ ਕੇ ਆਉਣਾ ਕਰੇਗਾ। ਆਖਰ ਇੱਕ ਤਿਖਾਣ ਤੇ ਪੂਤਾ ਝੰਡਾ ਨਾਮ ਰਚਿਤ ਕਰ ਤੂਤਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਕਿ ਲਿਆਉਣਾ ਕਿਹਦੇ ਕੋਲੋਂ ਹੈ, ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਮੈਂ ਕੀ ਦੱਸ ਸਕਦਾ, ਮੇਰਾ ਕਿਹੜਾ ਇੱਥੇ ਕੋਈ ਮਿੱਤਰ ਰਹਿੰਦਾ ਹੈ, ਜਿਹੜਾ ਵੀ ਅੱਗੋਂ ਕੋਈ ਮਿਲ ਪਵੇਗਾ ਮੈਂ ਉਹਦੇ ਕੋਲੋਂ ਮੰਗ ਕੇ ਭੋਜਨ ਲੈ ਆਵਾਂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਫਿਰ ਇੱਦਾਂ ਕਰ, ਇੱਕ ਤਰਖਾਣ ਪਰਿਵਾਰ ਇੱਥੇ ਰਹਿੰਦਾ ਏ, ਉਹਦਾ ਨਾਮ ਝੰਡਾ ਹੈ, ਉਹਦੇ ਘਰ ਵਿੱਚ ਚਲਿਆ ਜਾ। ਜਾਏ ਕਰੋ ਭੋਜਨ ਤੀਏ ਨਾ ਮਰਦਾਨੇ ਗਮਨਿਓ ਸੁਨ ਬੈਨਾ। ਮਹਾਰਾਜ ਕਹਿਣ ਲੱਗੇ ਉਹ ਬੜਾ ਇੱਕ ਨੇਕ ਇਨਸਾਨ ਹੈ, ਉਹਦੇ ਘਰ ਦੇ ਵਿੱਚ ਚਲਿਆ ਜਾ ਤੇ ਭੋਜਨ ਛਕ ਕੇ ਲੈ ਆਉਣਾ ਕਰ। ਭਾਈ ਮਰਦਾਨਾ ਜੀ ਉਹਦੇ ਘਰ ਵਾਲੇ ਪਾਸੇ ਨੂੰ, ਉਸ ਪਾਸੇ ਨੂੰ ਤੁਰ ਪੈਂਦੇ ਹਨ। ਭਾਈ ਨਗਰ ਮੈਂ ਪ੍ਰਭ ਤਭਿਓ ਬੂਝਤ ਬੂਝਤ ਕੋਸਿਕ ਭੈ ਗਇਓ। ਭਾਈ ਮਰਦਾਨਾ ਜੀ ਪਿੰਡ ਦੇ ਵਿੱਚ ਜਾ ਕੇ, ਉਸ ਨਗਰ ਦੇ ਵਿੱਚ ਜਾ ਕੇ ਪੁੱਛਦੇ ਪੁੱਛਦੇ ਬਹੁਤ ਦੂਰ ਤੱਕ ਜਿਹੜਾ ਅੱਗੇ ਚਲੇ ਜਾਂਦੇ ਹਨ। ਤਬ ਇੱਕ ਮਾਨੁ ਤੇ ਕੀ ਸੰਗਾ ਬੂਝਨ ਕੀਨ ਸਰਬ ਪ੍ਰਸੰਗਾ। ਤਾਂ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਇੱਕ ਬੰਦਾ ਮਿਲਿਆ, ਜਿਹੜਾ ਫਿਰ ਭਾਈ ਮਰਦਾਨਾ ਜੀ ਬਾਰ-ਬਾਰ ਪੁੱਛਦੇ ਫਿਰਦੇ ਸੀ, ਤੇ ਉਸ ਬੰਦੇ ਨੇ ਕੋਲ ਆਣ ਕੇ ਭਾਈ ਮਰਦਾਨਾ ਜੀ ਨੂੰ ਪੁੱਛਣਾ ਕੀਤਾ ਹੈ, ਉਹ ਹੈ ਤੂੰ ਕਹਿਤੇ ਚਲੇ ਆਇਓ ਕੌਣ ਬਚਨੇ ਬੁਤਹਾਂ ਬਿਸਾਇ ਸਦਾਇਓ। ਆਣ ਕੇ ਭਾਈ ਮਰਦਾਨਾ ਜੀ ਨੂੰ ਕਹਿੰਦਾ ਵੀ ਤੂੰ ਕੌਣ ਹੈ, ਬਾਰ-ਬਾਰ ਪੁੱਛਦਾ ਫਿਰਦਾ, ਸਾਡੇ ਆਮ ਘਰਾਂ ਦੇ ਵਿੱਚ, ਮੁਹੱਲੇ ਵਿੱਚ, ਨਗਰ ਦੇ ਵਿੱਚ ਕੋਈ ਓਪਰਾ ਬੰਦਾ ਆ ਜੇ ਸਾਰਾ ਪਿੰਡ ਉੱਤੋਂ ਦੀ ਕੰਧਾਂ ਦੇ ਝਾਕਦਾ ਰਹਿੰਦਾ ਵੀ ਆਇਆ ਕੌਣ ਹੈ। ਇੱਦਾਂ ਕਰਕੇ ਭਾਈ ਮਰਦਾਨਾ ਜੀ ਲੱਭਦੇ ਫਿਰਦੇ ਸੀ ਘਰ ਭਾਈ ਝੰਡਾ ਜੀ ਦਾ। ਇੱਕ ਬੰਦੇ ਨੇ ਕੋਲ ਆਣ ਕੇ ਪੁੱਛਿਆ ਵੀ ਤੂੰ ਹੈ ਕੌਣ ਹੈ, ਕਿੱਥੋਂ ਆਇਆ ਹੈ, ਕਿੱਥੇ ਜਾਣਾ ਹੈ, ਤੂੰ ਮੈਨੂੰ ਦੱਸਣਾ ਕਰ। ਸੁਣ ਮਰਦਾਨੇ ਵਾਕ ਲਾਇਆ ਝੰਡੇ ਕੀ ਕਰਦੇ ਹੋ ਬਤਾਇਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਕਿ ਮੈਂ ਝੰਡਾ ਜੀ ਦੇ ਘਰ ਵਿੱਚ ਜਿਹੜਾ ਉਹ ਜਾਣਾ ਹੈ, ਜੇ ਤੁਹਾਨੂੰ ਪਤਾ ਹੋਵੇ ਤੇ ਮੈਨੂੰ ਦੱਸ ਦੇਣਾ ਕਰੋ। ਝੰਡਾ ਮੰਜੀ ਸੁੰਤਵਨ ਕੇਤੂ ਦੇਸ ਉਠਿਓ ਤੇ ਆਦਰ ਹੇਤੂ। ਉਸ ਵਕਤ ਉਹ ਜਿਹੜਾ ਬੰਦਾ ਸੀ ਕਹਿਣ ਲੱਗਿਆ, ਚੱਲ ਆ ਮੈਂ ਤੈਨੂੰ ਉਸ ਝੰਡੇ ਦੇ ਘਰ ਛੱਡ ਆਉਣਾ। ਜਦੋਂ ਭਾਈ ਮਰਦਾਨਾ ਜੀ ਤੇ ਉਹ ਬੰਦਾ ਜਿਹੜਾ ਹੈ ਭਾਈ ਝੰਡਾ ਜੀ ਦੇ ਘਰ ਜਾਂਦੇ ਨੇ, ਤੇ ਉਹ ਅਗਲੇ ਬੰਨੇ
ਜਿਹੜਾ ਮੰਜੀ ਬੁਣ ਰਿਹਾ ਸੀ, ਮੰਜੀ ਨੂੰ ਜਿਹੜਾ ਬਣਾਉਂਦਾ ਪਿਆ ਸੀ, ਉਣਦਾ ਪਿਆ ਸੀ, ਉਹ ਵੇਖ ਕੇ ਬੜੇ ਸਤਿਕਾਰ ਨਾਲ ਉੱਠ ਕੇ ਖੜਾ ਹੋ ਗਿਆ ਹੈ। ਪੂਰਨ ਸੁੰਦਰ ਮੰਚ ਦਸਾਇਓ ਦਿਕ ਭਾਉ ਤਸੀ ਬਿਸਾਇਓ। ਉਹਨੇ ਉਸੇ ਵੇਲੇ ਪਲੰਘ ਢਾ ਕੇ ਦਿੱਤਾ ਤੇ ਉਹਦੇ ਉੱਪਰ ਭਾਈ ਮਰਦਾਨਾ ਜੀ ਨੂੰ ਤੇ ਜਿਹੜਾ ਨਾਲ ਬੰਦਾ ਗਿਆ ਸੀ, ਦੋਵਾਂ ਨੂੰ ਬੜੇ ਸਤਿਕਾਰ ਦੇ ਨਾਲ ਬਿਠਾਇਆ ਹੈ। ਇੰਦਰ ਸੈਨ ਪੁਨ ਬੈਨੋ ਚਾਰਾ ਖੋਜਤ ਫਿਰਤੇ ਵਾਸ ਤੁਮਾਰਾ। ਉਹ ਜਿਹੜਾ ਬੰਦਾ ਜਿਹੜਾ ਭਾਈ ਮਰਦਾਨਾ ਜੀ ਨੂੰ ਛੱਡਣ ਵਾਸਤੇ ਗਿਆ ਸੀ, ਉਹਦਾ ਨਾਂ ਸੀ ਇੰਦਰ ਸੈਨ। ਤੇ ਉਸ ਵਕਤ ਇੰਦਰ ਸੈਨ ਬੋਲਦਾ ਏ, ਕਹਿੰਦਾ ਭਾਈ ਝੰਡੇ ਨੂੰ ਆਖਦਾ, ਕਹਿੰਦਾ ਏ ਕਿ ਆਹ ਜਿਹੜਾ ਬੰਦਾ ਭਾਵ ਭਾਈ ਮਰਦਾਨਾ ਜੀ ਦੇ ਬਾਰੇ ਕਿਹਾ, ਕਹਿੰਦੇ ਬੰਦਾ ਤੇਰਾ ਘਰ ਲੱਭਦਾ ਫਿਰਦਾ ਸੀ, ਇਹਨੇ ਮੈਨੂੰ ਦੱਸਿਆ ਕੁਝ ਵੀ ਨਹੀਂ ਕਿ ਕਾਹਦੇ ਵਾਸਤੇ ਤੇਰੇ ਘਰ ਆਉਂਦਾ ਪਿਆ ਸੀ। ਬੂਝ ਰਿਓ ਹੈ ਸਰ ਪ੍ਰਸੰਗਾ ਮੁਝ ਨਾ ਬਤਾਇਆ ਨਿਉ ਸੰਗਾ। ਕਹਿੰਦੇ ਕਿ ਹੁਣ ਤੂੰ ਪੁੱਛ ਇਹਨੂੰ ਵੀ ਕਾਹਦੇ ਵਾਸਤੇ ਤੇਰੇ ਘਰ ਆਇਆ, ਇਹ ਹੈ ਕੌਣ, ਮੈਨੂੰ ਤੈਨੇ ਤੇਰੇ ਬਾਰੇ ਕੁਝ ਵੀ ਦੱਸਿਆ ਨਹੀਂ ਸੀ। ਯਾ ਕੋ ਹੈ ਕੁਛ ਤੁਝ ਸੇ ਕਾਮਾ ਜਾਤੇ ਚਲ ਆਵੇ ਸੁਖ ਧਾਮਾ। ਇੰਦਰ ਸੈਨ ਕਹਿਣ ਲੱਗਿਆ, ਝੰਡਾ ਜੀ ਇਹਨੂੰ ਤੇਰੇ ਨਾਲ ਕੋਈ ਕੰਮ ਹੋਵੇਗਾ ਤਾਂ ਹੀ ਇਹ ਸਿੱਧਾ ਚੱਲ ਕੇ ਤੇਰੇ ਘਰ ਦੇ ਵਿੱਚ ਜਿਹੜਾ ਉਹ ਆ ਜਾਣਾ ਕੀਤਾ ਹੈ। ਜੋ ਝੰਡਾ ਕੀਤੇ ਆਇਓ ਕੌਣ ਨਾਮ ਕੋ ਬਚਨ ਸਹਾਇਓ। ਭਾਈ ਝੰਡਾ ਜੀ ਉਸੇ ਵੇਲੇ ਕਹਿਣ ਲੱਗੇ, ਕਹਿੰਦੇ ਵੀ ਭਾਈ ਮਰਦਾਨਾ ਜੀ ਨੂੰ ਪੁੱਛਦੇ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਤੈਨੂੰ ਮੇਰੇ ਨਾਲ ਕੀ ਕੰਮ ਹੈ ਜਿਹਦੇ ਕਰਕੇ ਤੂੰ ਮੇਰੇ ਕੋਲ ਚੱਲ ਕੇ ਆਇਆ ਹੈ। ਮਰਦਾਨਾ ਮਮ ਨਾਮ ਹੈ ਬਰਨ 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 ਮਰਾਸੀ ਜਾਨ ਤੁਮਰੇ ਨਿਕਟ ਬਿਠਾਇਓ ਸ੍ਰੀ ਗੁਰੂ ਨਾਨਕ ਖਾਨ। ਭਾਈ ਮਰਦਾਨਾ ਜੀ ਕਹਿਣ ਲੱਗੇ, ਮੇਰਾ ਨਾਮ ਮਰਦਾਨਾ ਹੈ ਤੇ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੁਹਾਡੇ ਕੋਲ ਭੇਜਿਆ ਏ। ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੇ ਗੁਣਾਂ ਦੇ ਖਜ਼ਾਨੇ ਹਨ, ਉਹਨਾਂ ਨੇ ਮੈਨੂੰ ਤੇਰੇ ਘਰ ਦੇ ਵਿੱਚ ਜਿਹੜਾ ਉਹ ਭੇਜਣਾ ਕੀਤਾ ਹੈ। ਝੰਡਾ ਕਹੇ ਹੋ ਕੋ ਕਬ ਜਾਣਤ ਜੇ ਕੋ ਨਾਨਕ ਨਾਮ ਬਖਿਆਨਤ। ਕਹਿਣ ਲੱਗਿਆ, ਝੰਡਾ ਕਹਿਣ ਲੱਗਿਆ, ਕਹਿੰਦਾ ਨਾਨਕ ਉਹ ਕੌਣ ਹੈ, ਮੈਂ ਤੇ ਉਹਨੂੰ ਜਿਹੜਾ ਉਹ ਜਾਣਦਾ ਵੀ ਨਹੀਂ ਹਾਂ। ਆਗੇ ਸੁਨਾ ਨਾ ਦੇਖਾ ਕਭੀ ਤੁਮਨੇ ਨਾਮ ਸੁਨਾਵਾ ਅਭੀ। ਝੰਡਾ ਕਹਿਣ ਲੱਗਿਆ, ਮੈਂ ਤੇ ਅੱਗੇ ਨਾ ਕਦੇ ਨਾਨਕ ਜੀ ਨੂੰ ਵੇਖਿਆ, ਨਾ ਕਦੇ ਉਹਨਾਂ ਦਾ ਨਾਂ ਸੁਣਿਆ, ਆ ਤੇ ਨਾਮ ਵੀ ਜਿਹੜਾ ਉਹ ਤੂੰ ਮੈਨੂੰ ਪਹਿਲੀ ਵਾਰ ਦੱਸਦਾ ਪਿਆ ਹੈ। ਮੈਂ ਜਾਣਤ ਹੋ ਸੋ ਤੁਝ ਜਾਣੇ ਚਲੇ ਹਦੂਰ ਲਿਓ ਪਹਿਚਾਨਾਏ। ਉਸ ਵਕਤ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਤੂੰ ਨਹੀਂ ਜਾਣਦਾ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਤੈਨੂੰ ਜਾਣਦੇ ਨੇ, ਚੱਲ ਤੂੰ ਮੇਰੇ ਨਾਲ, ਉਹ ਆਪੇ ਹੀ ਤੈਨੂੰ ਪਹਿਚਾਨ ਲੈਣਾ ਕਰਨਗੇ। ਪਛਾਨ ਤੋ ਤੁਝੇ ਪਠਾਵਾ ਬਿਨ ਜਾਣੇ ਸੁਧ ਕੇ ਤੇ ਆਵਾ। ਕਹਿਣ ਲੱਗੇ ਕਿ ਸਤਿਗੁਰੂ ਤੈਨੂੰ ਜਾਣਦੇ ਨੇ ਤਾਂ ਹੀ ਤੇ ਉਹਨਾਂ ਨੇ ਮੈਨੂੰ ਤੇਰੇ ਘਰ ਵਿੱਚ ਭੇਜਿਆ, ਬਿਨਾਂ ਕਾਰਨ ਤੇ ਜਿਹੜਾ ਉਹ ਤੇਰੇ ਘਰ ਵਿੱਚ ਉਹਨਾਂ ਨੇ ਭੇਜ ਨਹੀਂ ਦਿੱਤਾ। ਇਸ ਕਰਕੇ ਸਤਿਗੁਰੂ ਜਾਣੀ ਜਾਣ ਹਨ, ਉਹ ਤੇਰੇ ਬਾਰੇ ਜਾਣਦੇ ਹਨ। ਜੋ ਝੰਡਾ ਬੁੱਧ ਵਿਸ਼ੇਖਾ ਬੁੱਧ ਕੋ ਸਰੀਰ ਤਿਨ ਰੇਖਾ। ਉਸ ਵੇਲੇ ਝੰਡਾ ਜੀ ਨੇ ਪੁੱਛਿਆ, ਕਹਿਣ ਲੱਗੇ ਇਹ ਦੱਸਣਾ ਕਰ ਕਿ ਜਿਹੜੇ ਨਾਨਕ ਜੀ ਬਾਰੇ ਤੂੰ ਮੈਨੂੰ ਕਹਿ ਰਿਹਾ ਹੈ, ਜਿਹਦੇ ਬਾਰੇ ਦੱਸ ਰਿਹਾ ਹੈ, ਉਹਨਾਂ ਨੇ ਆਪਣੇ ਤਨ ਦੇ ਉੱਪਰ, ਆਪਣੇ ਸਰੀਰ ਦੇ ਉੱਪਰ ਭੇਸ ਕਿੱਦਾਂ ਦਾ, ਭਾਵ ਇਹ ਪਹਿਰਾਵਾ ਕਿੱਦਾਂ ਦਾ ਧਾਰਨ ਕੀਤਾ ਹੈ। ਪ੍ਰਕਾਰ ਤੂੰ ਹੈ ਤਨ ਰੀਤਾ ਲੈ ਗਉਨੇ ਤਾਂ ਭੇਟ ਸਮਿਤਾ। ਜਿੱਦਾਂ ਦੀ ਉਹਨਾਂ ਦੀ ਰੀਤ ਹੈ, ਜਿੱਦਾਂ ਦਾ ਉਹਨਾਂ ਦਾ ਪਹਿਰਾਵਾ ਹੈ, ਜਿਵੇਂ ਦੇ ਉਹ ਹਨ, ਉਸ ਤਰ੍ਹਾਂ ਦੀ ਫਿਰ ਭੇਟਾ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਾਵਾਂਗੇ, ਭਾਵ ਜਿਵੇਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਹਿਰਾਵਾ ਉੱਦਾਂ ਦੀ ਭੇਟਾ ਜਾ ਕੇ ਅਰਪਣ ਕਰਾਂਗਾ। ਮਨ ਮਰਦਾਨੇ ਬੇਨੇ ਲਾਇਆ ਜਗ ਮੇ ਨਾਨਕ ਤਪਾ ਕਾਇਆ। ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਕਿ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਾਨਕ ਤਪਾ ਆਖਦੇ ਨੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਤਨ ਦੇ ਉੱਪਰ ਜਿਹੜਾ ਉਹ ਪਹਿਰਾਵਾ ਧਾਰਨ ਕੀਤਾ, ਕਿਵੇਂ ਦਾ ਏ? ਕਵੀ ਸੰਤੋਖ ਸਿੰਘ ਦਰਸਾ ਰਹੇ ਹਨ। ਦੇਸ ਉਦਾਸ ਸਰੀਰ ਬਰਾਜੀ ਜਿਨ ਕੇ ਦਰਸ਼ਨ ਕਲਮਲ ਭਾਜੇ। ਕਹਿੰਦੇ ਉਹਨਾਂ ਨੇ ਉਦਾਸੀਆਂ ਵਾਲੇ ਕੱਪੜੇ ਆਪਣੇ ਤਨ ਦੇ ਉੱਪਰ ਧਾਰਨ ਕੀਤੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੀਦਾਰੇ ਕਰਨ ਦੇ ਨਾਲ, ਦਰਸ਼ਨ ਕਰਨ ਦੇ ਨਾਲ ਜਨਮਾਂ ਜਮਾਂਤਰਾਂ ਦੀ ਲੱਗੀ ਹੋਈ ਮੈਲ ਜਿਹੜੀ ਹੈ ਨਾ, ਉਹ ਲੱਥ ਜਾਂਦੀ ਹੈ, ਭਾਵ ਮੈਲ ਦੂਰ ਹੋ ਜਾਂਦੀ ਹੈ। ਡਰ ਦੇ ਵਿਚਾਰ ਹੀ ਕੋ ਤੀਤ ਸੁਭ ਹੋਏ ਅਸਨਾ ਕਰਨ ਆਏ ਸਦੋਈ ਸਦਨੇ ਅੰਗ ਨਾ ਜੋਈ। ਫਿਰ ਭਾਈ ਝੰਡਾ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਕਹਿਣ ਲੱਗੇ, ਕਹਿੰਦਾ ਇਹ ਕੋਈ ਚੰਗਾ ਫਕੀਰ ਹੋਏਗਾ, ਮਾੜਾ ਥੋੜ੍ਹੀ ਹੋ ਸਕਦਾ ਹੈ, ਇਹ ਕੋਈ ਚੰਗਾ ਫਕੀਰ ਹੈ। ਉਹਨੇ ਆਪਣੀ ਪਤਨੀ ਨੂੰ ਕਿਹਾ, ਕਹਿਣ ਲੱਗੇ ਤੁਸੀਂ ਭੋਜਨ ਤਿਆਰ ਕਰੋ, ਕੋਈ ਵਧੀਆ ਭੋਜਨ ਜਿਹੜਾ ਹੈ ਨਾ
ਉਹ ਤਿਆਰ ਕਰਨਾ ਕਰੋ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਲੈ ਕੇ ਜਾਣਾ ਹੈ। ਸੈਨ ਸੁਦਨ ਸੁਧਾਰਾ ਝੰਡਾ ਬਨ ਵਿਖੇ ਪਸਾਧਾਰਾ। ਇੰਦਰਸੈਨ ਜਿਹੜਾ ਬੰਦਾ ਛੱਡਣ ਵਾਸਤੇ ਆਇਆ ਸੀ ਭਾਈ ਮਰਦਾਨਾ ਜੀ ਨੂੰ, ਉਹ ਫਿਰ ਉੱਠ ਕੇ ਆਪਣੇ ਘਰ ਨੂੰ ਚਲਾ ਜਾਂਦਾ ਹੈ। ਭਾਈ ਝੰਡਾ ਜੀ ਬਾਗ ਵਾਲੇ ਪਾਸੇ ਨੂੰ ਤੁਰ ਪੈਂਦੇ ਹਨ। ਮਦਰ ਫਲ ਤੇ ਕੇ ਆਨੇ ਦੇਖ ਵਚਨ ਪਾਖੇ ਮਰਦਾਨੇ। ਫਿਰ ਉਸ ਬਾਗ ਦੇ ਵਿੱਚ ਕਈ ਪ੍ਰਕਾਰ ਦੇ ਮਿੱਠੇ ਮਿੱਠੇ ਫਲ ਲੱਗੇ ਹੋਏ ਸਨ। ਭਾਈ ਮਰਦਾਨਾ ਜੀ ਭਾਈ ਝੰਡਾ ਜੀ ਨੂੰ ਦੇਖ ਕੇ ਪੁੱਛਦੇ ਹਨ, ਤੇ ਕੌਣ ਆਏ ਤੁਮ ਮਮ ਸੰਗਾ ਸੁਭ ਸੁਭਾਏ ਜਨ ਰੁਚਰ ਅਨੰਗਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਝੰਡਾ ਜੀ ਇਹ ਜਿਹੜਾ ਬੰਦਾ ਮੈਨੂੰ ਤੁਹਾਡੇ ਘਰ ਵਿੱਚ ਛੱਡਣ ਵਾਸਤੇ ਆਇਆ ਸੀ, ਇਹ ਬੰਦਾ ਕੌਣ ਸੀ? ਸੁਭਾਅ ਦਾ ਬੜਾ ਨੇਕ ਸੀ, ਬੜਾ ਚੰਗਾ ਸੀ, ਆਪ ਖੁਦ ਆ ਗਿਆ ਤੇਰੇ ਘਰ ਛੱਡਣ ਵਾਸਤੇ। ਇਹ ਹੈ ਕੌਣ ਹੈ? ਇਹ ਜਿਹੜਾ ਹੈ ਇਹਦੀ ਤੇਰੇ ਨਾਲ ਸਾਂਝ ਕੀ ਹੈ? ਮੁਝਕੋ ਤੁਮਰੇ ਨਾਮ ਲਿਆ ਵਾ ਮਦਰ ਕਰਾ ਕੇ ਸੁਖ ਪੁਜਾਵਾ। ਮੈਨੂੰ ਤੇਰੇ ਘਰ ਵਿੱਚ ਵੀ ਲੈ ਆਇਆ, ਮਿੱਠੇ ਮਿੱਠੇ ਬੋਲ ਵੀ ਬੋਲਦਾ ਏ, ਉਹਦੇ ਬੋਲਾਂ ਦੇ ਵਿੱਚੋਂ ਸ਼ਾਂਤੀ ਵੀ ਮਿਲਦੀ ਹੈ, ਇਹ ਤੇਰੇ ਨਾਲ ਕੋਈ ਲੰਮੀ ਸਾਂਝ ਵੀ ਲੱਗਦੀ ਹੈ ਕੌਣ? ਮੈਨੂੰ ਇਹਦੇ ਬਾਰੇ ਦੱਸਣਾ ਕਰ। ਨਗਰ ਨ੍ਰਿਪ ਜੋ ਜਾਤੀ ਮਾਤੁਲਾ ਕੀ ਸੋ। ਕਹਿਣ ਲੱਗੇ ਫਿਰ ਅੱਗੋਂ ਝੰਡਾ ਜੀ ਨੇ ਕਿਹਾ, ਕਹਿੰਦੇ ਇਹ ਜਿਹੜਾ ਬੰਦਾ ਮੇਰੇ ਘਰ ਵਿੱਚ ਆਇਆ ਸੀ, ਤੈਨੂੰ ਨਾਲ ਲੈ ਕੇ ਆਇਆ ਸੀ, ਇਸ ਨਗਰ ਦੇ ਜਿਹੜੇ ਰਾਜਾ ਨੇ ਉਸ ਰਾਜੇ ਦਾ ਭਣੇਵਾ ਸੀ, ਭਾਵ ਇਸ ਬੰਦੇ ਦਾ ਰਾਜਾ ਮਾਮਾ ਲੱਗਦਾ ਸੀ, ਇਹ ਉਹ ਬੰਦਾ ਸੀ। ਸੁਪ੍ਰੀਤ ਕਰੇ ਅਧਿਕਾਈ ਕਰਤ ਭਗਤ ਹੋਵੇ ਇਕ ਥਾਈ। ਝੰਡਾ ਕਹਿਣ ਲੱਗਿਆ, ਕਹਿੰਦਾ ਮੇਰੇ ਨਾਲ ਬੜੀ ਮੁਹੱਬਤ ਕਰਦੇ, ਮੇਰੇ ਨਾਲ ਬੜਾ ਪ੍ਰੇਮ ਕਰਦੇ ਨੇ, ਅਸੀਂ ਇਕੱਠੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਦੇ ਹਾਂ। ਸਭ ਕੋ ਸੁਜਸ ਗਾਏ ਕਰ ਪ੍ਰੇਮਾ ਹੋਵੇ ਕਾਂਤੇ ਕਹਮਰੋ ਨੇਮਾ। ਝੰਡਾ ਕਹਿਣ ਲੱਗਿਆ, ਕਹਿੰਦਾ ਕਿ ਅਸੀਂ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਪ੍ਰਭੂ ਨੂੰ ਯਾਦ ਕਰਦੇ ਹਾਂ, ਉਹਦੀ ਮਹਿਮਾ ਜਿਹੜੀ ਉਹਨੂੰ ਗਾਇਨ ਕਰਦੇ ਹਾਂ। ਹਰ ਵਿਚਾਰਿਆ ਤਮੇ ਬਲਾਸਾ ਪੁਰ ਮਦ ਤ੍ਰਿਦ ਦੇਖੋ ਖੋਲਾਸਾ। ਕਹਿੰਦੇ ਸਾਡਾ ਨੇਮ ਹੈ, ਨੇਮ ਸਹਿਤ ਅਸੀਂ ਰੋਜ਼ ਬੈਠਦੇ ਹਾਂ, ਪਰਮਾਤਮਾ ਦੀ ਭਗਤੀ ਕਰਦੇ ਹਾਂ, ਜਿਹਦੇ ਨਾਲ ਸਾਡੇ ਮਨ ਅੰਦਰ ਬਹੁਤ ਜ਼ਿਆਦਾ ਆਨੰਦ ਤੇ ਖੁਸ਼ੀ ਵੱਧਦੀ ਹੈ। ਮਰਦਾਨੇ ਬਚਨ ਉਚਾਰੇ ਧਨ ਸੰਤ ਪ੍ਰਭ ਕੇ ਪਿਆਰੇ। ਜਦੋਂ ਝੰਡਾ ਜੀ ਨੇ ਇਹ ਗੱਲ ਕਹੀ, ਫਿਰ ਭਾਈ ਮਰਦਾਨਾ ਜੀ ਮੁਖ ਤੋਂ ਬੋਲਦੇ ਨੇ, ਕਹਿੰਦੇ ਤੁਸੀਂ ਧਨ ਹੋ, ਸੰਤ ਰੂਪ ਹੋ, ਪਰਮਾਤਮਾ ਦਾ ਰੂਪ ਹੋ, ਔਰ ਤੁਹਾਡਾ ਜੀਵਨ ਜਿਹੜਾ ਉਹ ਧਨ ਹੈ। ਤਾਰੂ ਸੁਮਤ ਭਗਤ ਮਨ ਰੰਗੇ ਮਿਲ ਕੇ ਕਰੋ ਸਦਾ ਸਤ ਸੰਗੇ। ਕਹਿੰਦੇ ਕਿ ਤੁਹਾਡਾ ਮਨ ਜਿਹੜਾ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਹਮੇਸ਼ਾ ਹੀ ਇਕੱਠੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਰਹੋ, ਇੱਕ ਦੂਸਰੇ ਦੀ ਸੰਗਤ ਮਾਣਦੇ ਰਹੋ। ਆਪ ਜੀ ਭਿਉ ਤਿਆਰ ਹਾਰਾ ਲੈ ਕਰ ਚਲੋ ਸੁਕਰੋ ਅਵਾਰਾ। ਮਰਦਾਨਾ ਜੀ ਕਹਿਣ ਲੱਗੇ, ਝੰਡਾ ਜੀ ਜੇਕਰ ਭੋਜਨ ਤਿਆਰ ਹੋ ਗਿਆ ਹੋਵੇ ਤੇ ਉਠੋ, ਫਿਰ ਦੇਰੀ ਨਾ ਕਰੋ, ਜਲਦੀ ਦੇ ਨਾਲ ਤੁਰਨਾ ਕਰੋ, ਆਪਾਂ ਚੱਲਣਾ ਹੈ। ਝੰਡਾ ਭਿਉ ਤਿਆਰ ਲੈ ਭੋਜਨ ਕੋ ਵੈਰ ਪਧਾਰਾ। ਭਾਈ ਝੰਡਾ ਜੀ ਨੇ ਸੁਣਿਆ, ਉਸੇ ਵੇਲੇ ਭੋਜਨ ਤਿਆਰ ਹੋ ਚੁੱਕਾ ਸੀ, ਲੈ ਕੇ ਤੇ ਬਾਹਰ ਨੂੰ ਤੁਰ ਪੈਂਦੇ ਹਨ, ਕਿਸ ਪਾਸੇ ਨੂੰ? ਜਿੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੋਏ ਸਨ। ਅਸਨ ਚਗੀਰ ਸੀਸ ਪਰ ਧਰ ਕੇ ਗਮਨੋ ਤੇ ਕੋ ਅਗਰਜ ਕਰਕੇ। ਜਿਹੜਾ ਭੋਜਨ ਤਿਆਰ ਕੀਤਾ ਸੀ ਉਹ ਚੰਗੇਰ ਦੇ ਵਿੱਚ ਪ੍ਰਸ਼ਾਦੇ ਰੱਖ ਕੇ ਆਪਣੇ ਸਿਰ ਦੇ ਉੱਪਰ ਰੱਖ ਲਈ, ਤੇ ਇਦਾਂ ਕਰਕੇ ਫਿਰ ਅੱਗੇ ਨੂੰ ਤੁਰ ਪੈਂਦੇ ਹਨ। ਮਾਰਗ ਮੈਂ ਤੋ ਭੋਜਨ ਲਾਗਾ ਤੇ ਬੋਲੀ ਜੋਦਨ ਅਨੁਰਾਗਾ। ਰਸਤੇ ਦੇ ਵਿੱਚ ਤੁਰਿਆਂ ਜਾਂਦਿਆਂ ਭਾਈ ਝੰਡਾ ਜੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਹ ਪਿਆਰਾ ਸਿੱਖ ਭਾਈ ਮਰਦਾਨਾ ਦੋਵੇਂ ਆਪਸ ਵਿੱਚ ਗੱਲਬਾਤ ਕਰਦੇ ਨੇ। ਝੰਡਾ ਪੁੱਛਦਾ, ਕਹਿਣ ਲੱਗੇ ਤੇਰਾ ਗੁਰੂ ਜਿਹੜਾ ਹੈ ਨਾ, ਉਹਦੀ ਬੋਲੀ ਕਿਹੜੀ ਹੈ? ਉਹ ਕਿਹੜੀ ਬੋਲੀ ਬੋਲਦਾ ਹੈ? ਕਰ ਬੈਨ ਭਾਈ ਮਰਦਾਨੇ ਕਰੋ ਨਾਮ ਕਰਤਾਰ ਬਖਾਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਕਿ ਜਿਹੜੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ, ਉਹਨੂੰ ਕਰਤਾਰ ਕਰਤਾਰ ਬੋਲਦੇ ਆ, ਉਹ ਕਰਤਾਰ ਦੀ ਬੋਲੀ ਬੋਲਦੇ, ਪਰਮਾਤਮਾ ਨੂੰ ਯਾਦ ਕਰਦੇ ਹਨ। ਜੈ ਬੈਸੇ ਬੇਦੀ ਕੁਲਦੀਪਾ ਕਹਿਰ ਪਰਸਪਰ ਭਏ ਸਮੀਪਾ। ਹੁਣ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਹੋਏ ਸਨ, ਉੱਥੇ ਭਾਈ ਮਰਦਾਨਾ ਜੀ ਤੇ ਭਾਈ ਝੰਡਾ ਜੀ ਦੋਵੇਂ ਆਪਸ ਵਿੱਚ ਗੱਲਬਾਤ ਕਰਦੇ ਕਰਦੇ ਉੱਥੇ ਪਹੁੰਚ ਜਾਂਦੇ ਹਨ। ਕਰਤਾਰ ਕਰਤਾਰ ਜੀਵ ਚਰਿਓ ਝੰਡੇ ਜਾਏ ਧਰ ਆਹਾਰ ਆਗੇ ਰਚਰ ਢਿੱਗ ਬੈਠਿਓ ਰਖਾਏ। ਹੁਣ ਇਸ ਤਰ੍ਹਾਂ ਦੇ ਨਾਲ ਭਾਈ ਝੰਡਾ ਜੀ ਨੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਪ੍ਰਸ਼ਾਦੇ ਭੋਜਨ ਰੱਖਿਆ, ਨਾਲੇ ਕਰਤਾਰ ਕਰਤਾਰ ਕੀਤੀ ਹੈ।
ਇਵੇਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਸਲਾਮ ਜਵਾਬ ਕੀਤੀ ਹੈ। ਨਾਨਕ ਭੋਜਨ ਕਰਿਓ ਝੰਡੇ ਸੁਨੀਏ ਸ਼ਰੋਨਾ, ਕੀਤੇ ਅਨੁਸਨ ਕੋ ਕਾਜ ਤੁਮਾਰੇ ਕੌਣ। ਗੁਰੂ ਨਾਨਕ ਸਾਹਿਬ ਮਹਾਰਾਜ ਅੱਗੋਂ ਫਿਰ ਪੁੱਛਦੇ, ਝੰਡਾ ਜੀ ਕੀ ਕੰਮ ਪੈ ਗਿਆ, ਤੁਸੀਂ ਸਾਡੇ ਪਾਸ ਆਏ ਹੋ ਤੇ ਆਹ ਭੋਜਨ ਕਾਹਦੇ ਵਾਸਤੇ ਲੈ ਕੇ ਆਏ ਹੋ। ਸ੍ਰੀ ਨਾਨਕ ਭੋਜਨ ਕਰਿਓ ਝੰਡੇ ਸੁਨੀਏ ਸ਼ਰੋਨਾ। ਹਾਂਜੀ ਪਰਮੇਸ਼ਰ ਹਾਂਜੀ ਪਰਮੇਸ਼ਰ ਭੇਜਾ ਤੁਮੇ, ਕਰ ਆਇਓ ਮੈਂ ਪਾਸ, ਅਸਨੇ ਚੋ ਅਬ ਸੰਤ ਦੀ ਪੂਰਨ ਕੀਜੇ ਆਸ। ਭਾਈ ਝੰਡਾ ਜੀ ਕਹਿਣ ਲੱਗੇ, ਕਹਿੰਦੇ ਕਿ ਪਰਮੇਸ਼ਰ ਨੇ ਭੇਜਿਆ ਭੋਜਨ ਦੇ ਕੇ, ਅਸੀਂ ਆਪ ਜੀ ਦੇ ਪਾਸ ਆ ਗਏ ਹਾਂ, ਸੰਤ ਜੀ ਤੁਸੀਂ ਪ੍ਰਸ਼ਾਦਾ ਜਿਹੜਾ ਉਹ ਛਕਣਾ ਕਰੋ। ਇੱਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਭੋਜਨ ਪ੍ਰਸ਼ਾਦਾ ਆਉਂਦਾ ਹੈ।